ਟੋਟਲੀ ਲੁੱਕ ਚੇਂਜ ਕਰ ਦਿੱਤੀ ਗਈ ਹੈ, ਕੀ ਕਹਿਣਾ ਚਾਹੁੰਦੇ? देखो मेरा नाम सुनील कपूर है। मेरे शहीद लाला वासूमल कपूर जी ਪੜਦਾਦਾ ਜੀ ਇੱਥੇ 2 ਗੋਲੀਆਂ ਲੱਗਣ ਨਾਲ ਸ਼ਹੀਦ ਹੋਏ ਸਨ। ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਜਿਵੇਂ ਕਿ ਤੁਸੀਂ ਇਹ ਦੇਖ ਰਹੇ ਹੋ ਕਿ ਇਹ ਜਿਹੜੀ ਗਲੀ ਉਹ ਆ ਜਿੱਥੋਂ ਬੂਚਰ ਜਨਰਲ ਡਾਇਰ ਨੇ ਆਪਣੀ ਫੌਜ ਦੇ 90 ਸਿਪਾਹੀ ਨਾਲ ਲੈ ਕੇ ਹਥਿਆਰ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨਿਹੱਥੇ ਸ਼ਹੀਦ ਪਰਿਵਾਰਾਂ ਦੇ ਬਜ਼ੁਰਗਾਂ ਨੂੰ ਆਜ਼ਾਦੀ ਗੁਲਾਟੀਆਂ ਨੂੰ ਇੱਥੇ ਜਿਹੜਾ ਉਹ ਕਤਲੇਆਮ ਮਚਾਈ ਸੀ, ਜਿਹੜਾ ਕਿ ਬਹੁਤ ਵੱਡਾ ਬ੍ਰਿਟਿਸ਼ ਇਤਿਹਾਸ ਦਾ ਸਭ ਤੋਂ ਵੱਡਾ ਕਾਲਾ ਦਿਨ ਤੇ ਕਾਲਾ ਦਿਵਸ ਮਨਾਇਆ ਜਾਂਦਾ ਹੈ। ਔਰ ਸਾਡੇ ਵਿੱਚ ਪੰਜਾਬੀਆਂ 'ਚ ਇਹਨੂੰ ਖੂਨੀ ਵਿਸਾਖੀ ਦਾ ਨਾਮ ਦਿੱਤਾ ਜਾਂਦਾ ਸਾਡੇ ਪਰਿਵਾਰ ਵੱਲੋਂ। ਜੇ ਸਰਕਾਰ ਆਪਣੇ ਸ਼ਹੀਦਾਂ ਨੂੰ ਜੇਕਰ ਉਹ ਦੇਣਾ ਹੀ ਨਹੀਂ ਚਾਹੁੰਦੀ ਕਿ ਵੀ ਉਹ ਨਾ ਤੇ ਇਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੰਦੀ ਹੈ, ਨਾ ਹੀ ਇਹਨਾਂ ਨੂੰ ਸ਼ਹੀਦ ਪਰਿਵਾਰਾਂ ਦਾ ਕੋਈ ਮਾਣ ਸਨਮਾਨ ਤਾਮਰ ਪੱਤਰ ਕੁਝ ਵੀ ਨਹੀਂ ਦੇ ਰਹੀ, ਲੇਕਿਨ ਉਹਦੇ ਨਾਲ ਅਸੀਂ ਜੇ ਸਮਝੀਏ ਕਿ ਜੇਕਰ ਸਰਕਾਰਾਂ ਕੋਲ ਅੱਜ ਇੰਨੀ ਜੀ ਸ਼ਾਹੀ ਤੇ ਕਾਗਜ਼ ਦੇ ਟੁਕੜੇ ਵੀ ਨਹੀਂ ਬਚੇ ਕਿ ਉਹ ਇਹਨਾਂ ਦੇ ਸ਼ਹੀਦਾਂ ਨੂੰ ਮਾਣ ਸਨਮਾਨ। ਅੱਜ ਤੱਕ ਤੁਸੀਂ ਖੁਦ ਦੇਖੋ ਤੁਹਾਡੇ ਚੈਨਲ ਦੁਆਰਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸ਼ਹੀਦ ਨਹੀਂ ਕਹਿੰਦੇ, ਸ਼ਹੀਦ ਆਜ਼ਮ ਊਧਮ ਸਿੰਘ ਨੂੰ ਸ਼ਹੀਦ ਨਹੀਂ ਹੈ ਕਹਿੰਦੇ, ਕਰਤਾਰ ਸਰਾਭਾ ਨੂੰ ਸ਼ਹੀਦ ਨਹੀਂ ਕਹਿੰਦੇ। ਤੇ ਫਿਰ ਇਹਨਾਂ ਨੂੰ ਪੁੱਛੋ, ਤੁਸੀਂ ਸਵਾਲ ਕਰੋ ਨਾ ਵੀ ਤੁਸੀਂ ਸ਼ਹੀਦ ਕਿਹਨੂੰ ਮੰਨਦੇ ਜੇ? ਜਦੋਂ ਤੁਸੀਂ, ਕਿਉਂਕਿ ਤੁਸੀਂ ਸ਼ਹੀਦ ਪਰਿਵਾਰਾਂ ਦੇ ਵਿੱਚ ਹੈਗੇ ਹੋ, ਤਾਂ ਜਦੋਂ ਇਹਦੀ ਸ਼ੁਰੂਆਤ ਹੁੰਦੀ ਆ, ਨਵੀਨੀਕਰਨ ਦੀ ਗੱਲ ਕੀਤੀ ਜਾਂਦੀ ਆ, ਤਾਂ ਕੀ ਤੁਹਾਡੇ ਕੋਲੋਂ ਸੁਝਾਅ ਨਹੀਂ ਲਿਆ ਗਿਆ ਕਿਸੇ ਵੀ ਤਰ੍ਹਾਂ ਦਾ? ਅਸੀਂ ਕਈ ਵਾਰ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਇਹਨਾਂ ਨੇ 2 ਸਾਲ ਆਪਣੇ ਬਿਲਕੁਲ ਇੱਥੇ ਦਰਵਾਜ਼ੇ ਬੰਦ ਰੱਖੇ ਔਰ ਕਿਸੇ ਵੀ ਸ਼ਹੀਦ ਪਰਿਵਾਰ ਨੂੰ ਇੱਥੇ ਨਹੀਂ ਬੁਲਾਇਆ ਗਿਆ, ਨਾ ਹੀ ਉਹਦੀ ਭਾਵਨਾਵਾਂ ਨੂੰ ਸਮਝਿਆ ਗਿਆ, ਨਾ ਹੀ ਉਹਨਾਂ ਪਰਿਵਾਰਾਂ ਤੋਂ ਕੋਈ ਸੁਝਾਅ ਮੰਗੇ ਗਏ। ਔਰ ਤੁਸੀਂ ਖੁਦ ਦੇਖੋ ਅੱਜ ਇਹ ਜਲਿਆਂਵਾਲਾ ਬਾਗ ਨਵੀਨੀਕਰਨ ਦਾ ਨਾਮ ਦੇ ਕੇ 2 ਸਾਲ ਬਾਅਦ ਵੀ ਇੱਥੇ ਨਾ ਸ਼ਹੀਦਾਂ ਦੀ ਕੋਈ ਆਰਕਾਈ ਲੱਗੀ ਆ, ਨਾ ਦਾ ਵਾਲ ਆਫ ਮਾਰਟਾਇਰਸ ਲੱਗੀ ਆ, ਨਾ ਉਹਨਾਂ ਦੇ ਨਾਮ ਲਿਖੇ ਨੇ, ਨਾ ਉਹਨਾਂ ਦੇ ਚਿੱਤਰ ਲੱਗੇ ਨੇ, ਨਾ ਉਹਨਾਂ ਦੀਆਂ ਕੋਈ ਫੋਟੋਆਂ ਲੱਗੀਆਂ। ਤੇ ਇਹਨਾਂ ਨੇ ਕਾਹਦਾ ਨਵੀਨੀਕਰਨ ਕੀਤਾ? ਸਵਾਲ ਤੇ ਤੁਸੀਂ ਇਹਨਾਂ ਤੋਂ ਪੁੱਛੋ। ਉਹ ਐਡਾ ਵੱਡਾ ਸਾਕਾ ਸੀ ਜਿਹਦੇ ਨਾਲ ਲੋਕ ਅੰਦਰ ਜਾਣ ਤੇ ਬਾਹਰ ਆਣ ਜਦੋਂ ਤੇ ਉਹਨਾਂ ਦੇ ਹੰਝੂ ਨਿਕਲਣ। ਇਹ ਇੱਕ ਸਾਕੇ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਉਹ ਮੂਲ ਸੀ ਕਿ ਅੱਜ ਜਿਹੜਾ 75 ਸਾਲ ਦੇ ਬਾਅਦ ਅਸੀਂ ਆਜ਼ਾਦੀ ਦਾ ਜਿਹੜਾ ਨਿੱਘ ਲੈ ਰਹੇ ਹਾਂ, ਇਹ ਇਹਨਾਂ ਦੇ ਬਲੀਦਾਨ ਤੋਂ, ਇਹ ਜਲਿਆਂਵਾਲੇ ਬਾਗ ਸ਼ਹੀਦਾਂ ਦੇ ਪਰਿਵਾਰ, ਸ਼ਹੀਦਾਂ ਦੇ ਬਲੀਦਾਨ ਤੋਂ ਅਸੀਂ ਅੱਜ ਆਜ਼ਾਦੀ ਦਾ ਨਿੱਘ ਲੈ ਰਹੇ ਹਾਂ। ਜਿਹੜੀ ਆਜ਼ਾਦੀ ਅੱਜ ਸਾਨੂੰ 75 ਸਾਲ ਹੋ ਗਏ ਨੇ, ਉਹਦਾ ਅਸੀਂ ਜਿਹੜਾ ਉਹ ਸਮਝੋ ਵੀ ਲੁਤਫ ਉਠਾ ਰਹੇ ਹਾਂ ਇਸ ਆਜ਼ਾਦੀ ਦਾ। ਜੇਕਰ ਸਰਕਾਰ ਦੁਆਰਾ ਤੁਹਾਨੂੰ ਕੋਈ ਵੀ ਸੱਦਾ ਪੱਤਰ ਨਹੀਂ ਦਿੱਤਾ ਜਾਂਦਾ ਤੇ ਕਿੰਨਾ ਕੁ ਲੰਬਾ ਸੰਘਰਸ਼ ਤੁਹਾਡੇ ਵੱਲੋਂ ਜਿਹੜਾ ਕੀਤਾ ਜਾ ਸਕਦਾ? ਇਹਦੇ ਬਾਰੇ ਮੈਂ ਕੋਈ ਨਿਯੁਕਤ ਨਹੀਂ ਕਰ ਸਕਦਾ ਟਾਈਮ ਕਿ ਵੀ ਕਿੰਨਾ ਲੰਬਾ ਚੱਲੂਗਾ, ਪਰ ਜਿੰਨੀ ਦੇਰ ਤੱਕ ਇਹਦੀ ਤਬਦੀਲੀਆਂ, ਇਹਦੀ ਪੁਰਾਣੀ ਵਿਰਾਸਤ ਨਹੀਂ ਦਿਖਦੀ, ਉਨੀ ਦੇਰ ਤੱਕ ਇਹ ਸੰਘਰਸ਼ ਚੱਲਦਾ ਰਹੂਗਾ। ਫਰਾਂਸ ਦੇ ਆਰਕੀਟੈਕਟ ਨੇ ਜਿਹੜੇ ਉਹਨੂੰ ਦੁਬਾਰਾ ਦਿਖਾ ਸਕਦੇ ਆ, ਸਾਡੀ ਵਿਰਾਸਤ ਨੂੰ ਦੁਬਾਰਾ ਬਚਾ ਸਕਦੇ ਨੇ। ਔਰ ਜਿੰਨੀ ਵੀ ਵਿਰਾਸਤ ਦੁਬਾਰਾ ਬਚ ਸਕਦੀ ਹੈ ਪੰਜਾਬੀਆਂ ਦੀ, ਉਹਨੂੰ ਬਚਾਉਣਾ ਸਾਡਾ ਹੱਕ ਹੈ, ਸਾਡਾ ਧਰਮ ਹੈ। ਜੇ ਪੰਜਾਬੀਆਂ ਦੀ ਵਿਰਾਸਤ, ਉਹਦਾ ਵਿਰਸਾ ਹੀ ਖਤਮ ਹੋ ਜਾਏਗਾ ਤੇ ਆਉਣ ਵਾਲੀਆਂ ਨਸਲਾਂ ਵੀ ਸਾਡੇ ਉੱਤੇ ਜਿਹੜੀਆਂ ਜਵਾਬਦੇਹੀ, ਸਾਡੇ ਉੱਤੇ ਮਜ਼ਾਕ ਬਣਾਉਣਗੀਆਂ ਕਿ ਕਿਆ ਇੱਥੇ 2 ਖੂਹੇ ਸੀ, ਕਿਆ ਇੱਥੇ 2 ਗਲੀਆਂ ਸੀ, ਕਿਆ ਜਨਰਲ ਡਾਇਰ ਇਸ ਤਰ੍ਹਾਂ ਹੀ ਵਿਸਾਖੀ ਦੇ ਦਿਨ ਭੰਗੜੇ ਗਿੱਧੇ ਪਾਉਂਦਾ ਆਉਂਦਾ ਪਿਆ ਸੀ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਇਤਿਹਾਸ ਨੂੰ ਖਰਾਬ ਤੇ ਜਿਹੜਾ ਬਰਤਾਨੀਆ ਸਰਕਾਰ ਦਾ ਜਿਹੜਾ ਕਾਲਾ ਇਤਿਹਾਸ ਸੀ, ਕਾਲਾ ਸਾਚੀ, ਉਹਨੂੰ ਜਿਹੜਾ ਮਿਟਾਉਣ ਦਾ ਜਿਹੜਾ ਇਹ ਬਹੁਤ ਵੱਡਾ ਜਿਹੜਾ ਕੀਤਾ ਗਿਆ। ਅੰਗਰੇਜ਼ ਸਰਕਾਰ ਦੁਆਰਾ ਰੋਲਟ ਐਕਟ ਪਾਸ ਕੀਤਾ ਜਾਂਦਾ, ਜਿਸ ਤੇ ਰੋਸ ਵਜੋਂ ਮਹਾਤਮਾ ਗਾਂਧੀ ਵੱਲੋਂ ਜਿਹੜਾ ਉਹ ਹੜਤਾਲ ਕਰ ਦਿੱਤੀ ਜਾਂਦੀ ਆ ਔਰ ਪੰਜਾਬ ਅਤੇ ਦਿੱਲੀ ਦੇ ਕਈ ਹਿੱਸਿਆਂ ਦੇ ਵਿੱਚ ਜਿਹੜਾ ਦੰਗੇ ਫਸਾਦ ਸ਼ੁਰੂ ਹੋ ਜਾਂਦੇ ਆ। ਤਾਂ ਉਸ ਤੋਂ ਬਾਅਦ ਵਿੱਚ ਜੋ ਮਹਾਤਮਾ ਗਾਂਧੀ ਨੇ ਜਿਹੜਾ ਹੜਤਾਲ ਕੀਤੀ ਜਾਂਦੀ ਸੀ, ਉਸ ਦੇ ਰੋਸ ਵਜੋਂ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਜਦ ਰੋਸ ਪ੍ਰਦਰਸ਼ਨ ਹੁੰਦੇ ਆ, ਤਾਂ ਜੋ ਉਸ ਸਮੇਂ ਦੀ ਅੰਗਰੇਜ਼ ਸਰਕਾਰ ਸੀ, ਉਸ ਦੇ ਵੱਲੋਂ ਪੰਜਾਬ ਦੇ 2 ਪ੍ਰਸਿੱਧ ਜੋ ਫਰੀडम ਫਾਈਟਰ ਸਨ, ਉਹਨਾਂ ਨੂੰ, ਜਿਨ੍ਹਾਂ ਦੇ ਵਿੱਚੋਂ ਇੱਕ ਡਾਕਟਰ ਕਿਚਲੂ ਅਤੇ ਡਾਕਟਰ ਸਤਿਆਪਾਲ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਜਿਸ ਦੇ ਰੋਸ ਵਜੋਂ ਜੋ ਦੇਸ਼ ਭਗਤ ਸੀ ਉਹ ਸੜਕਾਂ ਦੇ ਉੱਤੇ ਉਤਰ ਆਉਂਦੇ ਨੇ, ਜਿਸ ਨੂੰ ਲੈ ਕੇ ਉਸ ਸਮੇਂ ਦੇ ਜੋ ਅੰਗਰੇਜ਼ ਸਰਕਾਰ ਦੇ ਸੈਨਿਕ ਸਨ, ਉਹਨਾਂ ਵੱਲੋਂ ਜਿਹੜਾ ਉਹਨਾਂ ਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਆ ਔਰ ਉਸ ਸਮੇਂ ਦੇ ਵਿੱਚ
ਜੋ ਕਈ ਸ਼ਹੀਦ ਹੋ ਜਾਂਦੇ ਨੇ ਔਰ ਕੁਝ ਜ਼ਖਮੀ ਹੋ ਜਾਂਦੇ ਨੇ। ਜ਼ਖਮੀ ਹੋਏ ਵਿਅਕਤੀਆਂ ਨੂੰ ਉਸ ਸਮੇਂ ਦੇ ਜੋ ਦੇਸ਼ ਭਗਤ ਸਨ ਉਹ ਆਪਣੇ ਮੋਢਿਆਂ ਦੇ ਉੱਤੇ ਚੁੱਕ ਕੇ ਰੋਸ ਪ੍ਰਦਰਸ਼ਨ ਕਰਦੇ ਹਨ। ਔਰ ਉਸ ਤੋਂ ਬਾਅਦ ਵਿੱਚ ਜਦ ਅੰਗਰੇਜ਼ ਸਰਕਾਰ ਦੁਆਰਾ ਇਹ ਪ੍ਰਦਰਸ਼ਨ ਦੇਖੇ ਜਾਂਦੇ ਹਨ ਤਾਂ ਉਹ ਜੋ ਅੰਗਰੇਜ਼ ਸਰਕਾਰ ਦੇ ਅਧਿਕਾਰੀ ਸਨ ਉਹਨਾਂ ਨੇ 13 ਅਪ੍ਰੈਲ 1919 ਦੇ ਵਿੱਚ ਜਿਹੜੇ ਜਲਸਿਆਂ ਨੂੰ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀ। ਜੋ ਅੰਮ੍ਰਿਤਸਰ ਦੇ ਵਿੱਚ ਜਨਰਲ ਡਾਇਰ ਦੀ ਡਿਊਟੀ ਲਗਾ ਦਿੱਤੀ ਜਾਂਦੀ ਹੈ। ਜਨਰਲ ਡਾਇਰ ਵੱਲੋਂ ਕਰੀਬ 150 ਸੈਨਿਕ ਲੈ ਕੇ ਜਨਰਲ ਡਾਇਰ ਵੱਲੋਂ 150 ਦੇ ਕਰੀਬ ਸੈਨਿਕ ਲੈ ਕੇ ਉਹ ਜੋ ਇੱਥੋਂ ਦੀ ਇੱਕ ਛੋਟੀ ਜੀ ਗਲੀ ਸੀ ਉਸ ਦੇ ਬਾਹਰ ਆਣ ਕੇ ਉਹਨਾਂ ਨੇ ਵਾਰਨਿੰਗ ਦਿੰਦੇ ਨੇ ਕਿ ਤੁਸੀਂ 3 ਮਿੰਟ ਦੇ ਵਿੱਚ ਜੋ ਹੈ ਤੁਸੀਂ ਉਹ ਬਾਹਰ ਆ ਜਾਓ, ਕਿਉਂਕਿ ਉਸ ਸਮੇਂ ਉੱਥੇ 25,000 ਜੋ ਲੋਕ ਸਨ ਉਹ ਉਸ ਜਲਸੇ ਦੇ ਵਿੱਚ ਪਹੁੰਚੇ ਸਨ। ਉਹਨਾਂ ਕੋਲੋਂ 3 ਮਿੰਟ ਦੇ ਵਿੱਚ ਬਾਹਰ ਆਉਣਾ ਨਾਮੁਮਕਿਨ ਸੀ। ਪਰ ਜਨਰਲ ਡਾਇਰ ਵੱਲੋਂ ਆਪਣੇ ਜੋ 150 ਸੈਨਿਕ ਸਨ ਉਹਨਾਂ ਨੂੰ ਉਸ ਸਮੇਂ ਗੋਲੀ ਦਾ ਹੁਕਮ ਦੇ ਦਿੱਤਾ ਗਿਆ ਔਰ ਉਹਨਾਂ ਸੈਨਿਕਾਂ ਵੱਲੋਂ ਅੰਨ੍ਹੇਵਾਹ ਗੋਲੀ ਚਲਾਈ ਜਾਂਦੀ ਹੈ, ਜਿਸ ਦੇ ਵਿੱਚ ਕਰੀਬ ਜੋ 1000 ਲੋਕ ਨੇ ਉਹ ਮਾਰੇ ਜਾਂਦੇ ਨੇ ਅਤੇ 3000 ਲੋਕ ਜੋ ਨੇ ਉਹ ਜੋ ਜ਼ਖਮੀ ਹੋ ਜਾਂਦੇ ਨੇ। ਸੋ ਇਸ ਦੇ 21 ਸਾਲ ਬਾਅਦ ਸ਼ਹੀਦ ਊਧਮ ਸਿੰਘ ਵੱਲੋਂ ਇੰਗਲੈਂਡ ਦੇ ਵਿੱਚ ਜਾ ਕੇ ਸਰ ਮਾਈਕਲ ਅਡਵਾਇਰ ਨੂੰ ਜਾਨੋਂ ਮਾਰ ਕੇ ਉਸ ਦਾ ਬਦਲਾ ਲਿਆ ਜਾਂਦਾ। ਸੋ ਆਓ ਅਸੀਂ ਤੁਹਾਨੂੰ ਜਲਿਆਂਵਾਲੇ ਬਾਗ ਦੇ ਅੰਦਰ ਦੇ ਹਾਲਾਤ ਦਿਖਾਉਂਦੇ ਹਾਂ, ਕਿਉਂਕਿ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਵੱਲੋਂ ਜੋ ਸੋਸ਼ਲ ਵਰਕਰ ਨੇ ਹਰ ਵਰਗ ਵੱਲੋਂ ਜਲਿਆਂਵਾਲੇ ਬਾਗ ਦੇ ਜਿਹੜਾ ਨਵੀਨੀਕਰਨ ਕੀਤਾ ਗਿਆ ਉਸ ਨੂੰ ਲੈ ਕੇ ਆਪਣਾ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ। ਤੁਹਾਡੇ ਨਾਲ ਸ਼ਹੀਦ ਪਰਿਵਾਰਾਂ ਦੇ ਮੈਂਬਰ ਵੀ ਮੌਜੂਦ ਆ, ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਗਲੀ ਦੀ ਦਿੱਖ ਵੀ ਚੇਂਜ ਹੈ, ਟੋਟਲੀ ਲੁੱਕ ਚੇਂਜ ਕਰ ਦਿੱਤੀ ਗਈ ਹੈ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੇਰਾ ਨਾਮ ਸੁਨੀਲ ਕਪੂਰ ਹੈ। ਮੇਰੇ ਸ਼ਹੀਦ ਲਾਲਾ ਵਾਸੂਮਲ ਕਪੂਰ ਜੀ ਪੜਦਾਦਾ ਜੀ ਇੱਥੇ 2 ਗੋਲੀਆਂ ਲੱਗਣ ਨਾਲ ਸ਼ਹੀਦ ਹੋਏ ਸਨ। ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਜਿਵੇਂ ਕਿ ਤੁਸੀਂ ਇਹ ਦੇਖ ਰਹੇ ਹੋ ਕਿ ਇਹ ਜਿਹੜੀ ਗਲੀ ਉਹ ਆ ਜਿੱਥੋਂ ਬੂਚੜ ਜਨਰਲ ਡਾਇਰ ਨੇ ਆਪਣੀ ਫੌਜ ਦੇ 90 ਸਿਪਾਹੀ ਨਾਲ ਲੈ ਕੇ ਹਥਿਆਰ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨਿਹੱਥੇ ਸ਼ਹੀਦ ਪਰਿਵਾਰਾਂ ਦੇ ਬਜ਼ੁਰਗਾਂ ਨੂੰ, ਆਜ਼ਾਦੀ ਘੁਲਾਟੀਆਂ ਨੂੰ ਇੱਥੇ ਜਿਹੜਾ ਉਹ ਕਤਲੇਆਮ ਮਚਾਈ ਸੀ, ਜਿਹੜਾ ਕਿ ਬਹੁਤ ਵੱਡਾ ਬ੍ਰਿਟਿਸ਼ ਇਤਿਹਾਸ ਦਾ ਸਭ ਤੋਂ ਵੱਡਾ ਕਾਲਾ ਦਿਨ ਤੇ ਕਾਲਾ ਦਿਵਸ ਮਨਾਇਆ ਜਾਂਦਾ ਹੈ। ਔਰ ਸਾਡੇ ਵਿੱਚ ਪੰਜਾਬੀਆਂ 'ਚ ਇਹਨੂੰ ਖੂਨੀ ਵਿਸਾਖੀ ਦਾ ਨਾਮ ਦਿੱਤਾ ਜਾਂਦਾ ਸਾਡੇ ਪਰਿਵਾਰ ਵੱਲੋਂ। ਇਹ ਹੁਣ ਜਿਹੜੀ ਤੁਸੀਂ ਦਿੱਖ ਵੇਖ ਰਹੇ ਹੋ, ਇਹ ਦਿੱਖ ਉਹ ਦਿੱਖ ਨਹੀਂ ਹੈ। ਪਹਿਲੇ ਇਹ ਕੰਧਾਂ ਬੋਲਦੀਆਂ ਸਨ। ਇਹ ਕੰਧਾਂ ਜਨਰਲ ਡਾਇਰ ਨੂੰ ਦੀ ਜਿਹੜੀ ਆਹਟ ਸੀ ਉਹ ਦੱਸਦੀ ਸੀ ਕਿ ਕਿਸ ਤਰ੍ਹਾਂ ਉਹ ਇਸ ਗਲੀ ਦੇ ਵਿੱਚ ਆਇਆ ਔਰ ਉਹਨੇ ਜਿਹੜਾ ਇੱਥੇ ਕਤਲੇਆਮ ਮਚਾਇਆ। ਉਹ ਅੱਜ ਇਹ ਬਿਲਕੁਲ ਲੁਪਤ ਹੋ ਗਿਆ 2021 ਦੇ ਵਿੱਚ, ਜਦੋਂ ਇਹਦਾ ਨਵੀਨੀਕਰਨ ਤੋਂ ਬਾਅਦ ਇਹ ਬਿਲਕੁਲ ਜਿਹੜਾ ਹੈ ਉਹ ਆਤਮਾ ਨੂੰ, ਆਪਣੇ ਦਿਲ ਨੂੰ ਨਹੀਂ ਛੂਹ ਰਿਹਾ। ਤੇ ਇਸੇ ਲਈ ਅਸੀਂ ਪ੍ਰਧਾਨ ਮੰਤਰੀ ਸਾਹਿਬ ਤੇ ਚੀਫ ਮਿਨਿਸਟਰ ਸਾਹਿਬ ਤੇ ਹੋਰ ਵੀ ਆਲਾ ਅਧਿਕਾਰੀ ਜਿਹੜੇ ਸੀ ਇੱਥੋਂ ਦੇ, ਉਹਨਾਂ ਨੂੰ 11 ਮੰਗਾਂ ਸੁਝਾਅ ਭੇਜੇ ਨੇ, ਜਿਹਦੇ ਉੱਤੇ ਸਰਕਾਰ ਵਿਚਾਰ ਕਰ ਰਹੀ ਹੈ ਔਰ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਸਰਕਾਰ ਉੱਤੇ ਫੈਸਲਾ ਲਵੇਗੀ। ਤਾਂ ਜੇਕਰ ਸਰਕਾਰ ਫੈਸਲਾ ਨਹੀਂ ਲੈਂਦੀ ਤੁਹਾਡੇ ਹੱਕ ਦੇ ਵਿੱਚ ਤਾਂ ਅਗਲਾ ਤੁਹਾਡਾ ਸਟੈਪ ਕੀ ਹੋਏਗਾ? ਦੇਖੋ, ਅਗਲਾ ਸਟੈਪ ਤੇ ਇਹੋ ਹੀ ਹੈ ਕਿ ਵੀ ਅਸੀਂ ਪ੍ਰੋਟੈਸਟ ਕਰਦੇ ਪਏ ਹਾਂ, ਕਰਦੇ ਰਵਾਂਗੇ, ਠੀਕ ਹੈ। ਔਰ ਗਾਂਧੀ ਵਿਚਾਰਧਾਰਾ ਦੇ ਲੋਕ ਆ, ਅਸੀਂ ਗਾਂਧੀ ਵਿਚਾਰਧਾਰਾ ਨਾਲ ਹੀ ਅਸੀਂ ਅੱਗੇ ਵਧਾਂਗੇ ਔਰ ਅਸੀਂ ਪੀਸਫੁਲ ਪ੍ਰੋਟੈਸਟ ਚੱਲਦੇ ਰਹਿਣਗੇ। ਜੇ ਸਰਕਾਰ ਆਪਣੇ ਸ਼ਹੀਦਾਂ ਨੂੰ ਜੇਕਰ ਉਹ ਦੇਣਾ ਹੀ ਨਹੀਂ ਚਾਹੁੰਦੀ ਕਿ ਵੀ ਉਹ ਨਾ ਤੇ ਇਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੰਦੀ ਹੈ, ਨਾ ਹੀ ਇਹਨਾਂ ਨੂੰ ਸ਼ਹੀਦ ਪਰਿਵਾਰਾਂ ਦਾ ਕੋਈ ਮਾਣ ਸਨਮਾਨ, ਤਾਮਰ ਪੱਤਰ ਕੁਝ ਵੀ ਨਹੀਂ ਦੇ ਰਹੀ, ਲੇਕਿਨ ਉਹਦੇ ਨਾਲ ਅਸੀਂ ਜੇ ਸਮਝੀਏ ਕਿ ਜੇਕਰ ਸਰਕਾਰਾਂ ਕੋਲ ਅੱਜ ਇੰਨੀ ਜੀ ਸ਼ਾਹੀ ਤੇ ਕਾਗਜ਼ ਦੇ ਟੁਕੜੇ ਵੀ ਨਹੀਂ ਬਚੇ ਕਿ ਉਹ ਇਹਨਾਂ ਦੇ ਸ਼ਹੀਦਾਂ ਨੂੰ ਮਾਣ ਸਨਮਾਨ, ਅੱਜ ਤੱਕ ਤੁਸੀਂ ਖੁਦ ਦੇਖੋ ਤੁਹਾਡੇ ਚੈਨਲ ਦੁਆਰਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸ਼ਹੀਦ ਨਹੀਂ ਕਹਿੰਦੇ, ਸ਼ਹੀਦੇ ਆਜ਼ਮ ਊਧਮ ਸਿੰਘ ਨੂੰ ਸ਼ਹੀਦ ਨਹੀਂ ਹੈ ਕਹਿੰਦੇ, ਕਰਤਾਰ ਸਰਾਭਾ ਨੂੰ ਸ਼ਹੀਦ ਨਹੀਂ ਕਹਿੰਦੇ। ਤੇ ਫਿਰ ਇਹਨਾਂ ਨੂੰ ਪੁੱਛੋ, ਤੁਸੀਂ ਸਵਾਲ ਕਰੋ ਨਾ ਵੀ ਤੁਸੀਂ ਸ਼ਹੀਦ ਕਿਹਨੂੰ ਮੰਨਦੇ ਜੇ, ਕਾਹਦੇ ਵਾਸਤੇ ਫਿਰ ਇਹਨਾਂ ਦੇ ਸ਼ਹੀਦਾਂ ਦੇ ਬੁੱਤ ਲਗਾਏ ਜਾ ਰਹੇ ਨੇ ਜਿਹੜੇ ਕਿ ਇਹ ਆਪਣੀ ਸਿਆਸੀ ਰੋਟੀਆਂ ਸੇਕਣ ਵਾਸਤੇ ਲਗਾਏ ਜਾਂਦੇ ਨੇ। ਸਵਾਲ ਤੇ ਇਹ ਬਣਦਾ ਹੈ ਵੀ ਜਿਨ੍ਹਾਂ ਨੇ ਏਡੀ ਵੱਡੀਆਂ ਕੁਰਬਾਨੀਆਂ ਦਿੱਤੀਆਂ, ਉਹਨਾਂ ਕੁਰਬਾਨੀਆਂ ਦੇ ਸਦਕੇ ਕਿ ਉਹਨਾਂ ਨੂੰ ਜੇਕਰ ਇਹ ਸ਼ਹੀਦ ਨਹੀਂ ਮੰਨਦੇ ਤੇ ਇਹਨਾਂ ਸਰਕਾਰਾਂ ਦੀ ਵੀ ਫਿਰ ਲੋੜ ਨਹੀਂ ਹੈ ਕਿ ਜਿਹੜੀ ਸਰਕਾਰਾਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਜਾਂ ਸ਼ਹੀਦਾਂ ਦੇ ਮਾਣ ਸਨਮਾਨ ਨਹੀਂ ਦਿੰਦੀਆਂ। ਤਾਂ ਭਾਈ ਸਾਹਿਬ, ਜਦੋਂ ਤੁਸੀਂ, ਕਿਉਂਕਿ ਤੁਸੀਂ ਸ਼ਹੀਦ ਪਰਿਵਾਰਾਂ ਦੇ ਵਿੱਚ ਹੈਗੇ ਹੋ, ਤਾਂ ਜਦੋਂ ਇਹਦੀ ਸ਼ੁਰੂਆਤ ਹੁੰਦੀ ਆ
ਨਵੀਨੀਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਕੀ ਤੁਹਾਡੇ ਕੋਲੋਂ ਸੁਝਾਅ ਨਹੀਂ ਲਿਆ ਗਿਆ ਕਿਸੇ ਵੀ ਤਰ੍ਹਾਂ ਦਾ? ਦੇਖੋ, ਅਸੀਂ ਕਈ ਵਾਰ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਇਹਨਾਂ ਨੇ 2 ਸਾਲ ਆਪਣੇ ਬਿਲਕੁਲ ਇੱਥੇ ਦਰਵਾਜ਼ੇ ਬੰਦ ਰੱਖੇ ਔਰ ਕਿਸੇ ਵੀ ਸ਼ਹੀਦ ਪਰਿਵਾਰ ਨੂੰ ਇੱਥੇ ਨਹੀਂ ਬੁਲਾਇਆ ਗਿਆ, ਨਾ ਹੀ ਉਹਦੀ ਭਾਵਨਾਵਾਂ ਨੂੰ ਸਮਝਿਆ ਗਿਆ, ਨਾ ਹੀ ਉਹਨਾਂ ਪਰਿਵਾਰਾਂ ਤੋਂ ਕੋਈ ਸੁਝਾਅ ਮੰਗੇ ਗਏ। ਔਰ ਤੁਸੀਂ ਖੁਦ ਦੇਖੋ, ਅੱਜ ਇਹ ਜਲਿਆਂਵਾਲਾ ਬਾਗ ਨਵੀਨੀਕਰਨ ਦਾ ਨਾਮ ਦੇ ਕੇ 2 ਸਾਲ ਬਾਅਦ ਵੀ ਇੱਥੇ ਨਾ ਸ਼ਹੀਦਾਂ ਦੀ ਕੋਈ ਆਰਕਾਈ ਲੱਗੀ ਆ, ਨਾ ਦਾ ਵਾਲ ਆਫ ਮਾਰਟਾਇਰਸ ਲੱਗੀ ਹੈ, ਨਾ ਉਹਨਾਂ ਦੇ ਨਾਮ ਲਿਖੇ ਨੇ, ਨਾ ਉਹਨਾਂ ਦੇ ਚਿੱਤਰ ਲੱਗੇ ਨੇ, ਨਾ ਉਹਨਾਂ ਦੀਆਂ ਕੋਈ ਫੋਟੋਆਂ ਲੱਗੀਆਂ। ਤੇ ਇਹਨਾਂ ਨੇ ਕਾਹਦਾ ਨਵੀਨੀਕਰਨ ਕੀਤਾ? ਸਵਾਲ ਤੇ ਤੁਸੀਂ ਇਹਨਾਂ ਤੋਂ ਪੁੱਛੋ। ਬਈ ਇਹਨਾਂ ਨੇ ਨਾ ਸ਼ਹੀਦਾਂ ਦੇ ਨਾਮ ਲਿਖੇ, ਨਾ ਉਹਨਾਂ ਦੇ ਪਰਿਵਾਰਾਂ ਦੇ ਨਾਮ ਲਿਖੇ, ਨਾ ਉਹਨਾਂ ਦੀਆਂ ਵੀਰ ਗਥਾਵਾਂ ਲਿਖੀਆਂ। ਬਈ ਇਹਨਾਂ ਨੂੰ ਇਹ ਪੁੱਛੋ ਵੀ ਬਣਾਇਆ ਕੀ ਹੈ ਤੁਸੀਂ? ਸਾਨੂੰ ਤੇ ਅੱਜ ਇੱਕ ਆਪਣੇ ਉੱਤੇ ਮਜ਼ਾਕ, ਦੁਨੀਆ ਸਾਨੂੰ ਮਜ਼ਾਕ ਬਣਾ ਕੇ ਕਹਿੰਦੀ ਵੀ ਆ ਬਈ ਇੱਥੇ ਕਿਆ ਉਹ ਜਨਰਲ ਡਾਇਰ ਭੰਗੜੇ ਪਾਉਂਦੇ ਆਇਆ ਸੀ, ਕੋਈ ਗਿੱਧੇ ਪਾਉਂਦੇ ਆਇਆ ਸੀ? ਬਈ ਇੱਥੇ ਦੇਖੋ ਤੁਸੀਂ ਮਿਊਰਲਸ, ਜਿਹੜੇ ਮਿਊਰਲਸ ਆ ਉਹ ਇੱਕ ਵਿਸਾਖੀ ਦੇ ਖੁਸ਼ੀ ਦੀ ਲਹਿਰ ਦੇ ਨੇ, ਲੇਕਿਨ ਇੱਥੇ ਜਿਹੜਾ ਸਾਕਾ ਆਇਆ ਸੀ ਉਹ ਐਡਾ ਵੱਡਾ ਸਾਕਾ ਸੀ ਜਿਹਦੇ ਨਾਲ ਲੋਕ ਅੰਦਰ ਜਾਣ ਤੇ ਬਾਹਰ ਆਉਣ ਜਦੋਂ ਤੇ ਉਹਨਾਂ ਦੇ ਹੰਝੂ ਨਿਕਲ ਆਉਣ। ਇਹ ਇੱਕ ਸਾਕੇ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਉਹ ਮੂਲ ਸੀ ਕਿ ਅੱਜ ਜਿਹੜਾ 75 ਸਾਲ ਦੇ ਬਾਅਦ ਅਸੀਂ ਆਜ਼ਾਦੀ ਦਾ ਜਿਹੜਾ ਨਿੱਘ ਲੈ ਰਹੇ ਹਾਂ, ਇਹ ਇਹਨਾਂ ਦੇ ਬਲੀਦਾਨ ਤੋਂ, ਇਹ ਜਲਿਆਂਵਾਲੇ ਬਾਗ ਸ਼ਹੀਦਾਂ ਦੇ ਪਰਿਵਾਰ, ਸ਼ਹੀਦਾਂ ਦੇ ਬਲੀਦਾਨ ਤੋਂ ਅਸੀਂ ਅੱਜ ਆਜ਼ਾਦੀ ਦਾ ਨਿੱਘ ਲੈ ਰਹੇ ਹਾਂ। ਜਿਹੜੀ ਆਜ਼ਾਦੀ ਅੱਜ ਸਾਨੂੰ 75 ਸਾਲ ਹੋ ਗਏ ਨੇ, ਉਹਦਾ ਅਸੀਂ ਜਿਹੜਾ ਉਹ ਸਮਝੋ ਵੀ ਲੁਤਫ ਉਠਾ ਰਹੇ ਹਾਂ ਇਸ ਆਜ਼ਾਦੀ ਦਾ। ਤਾਂ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਤਾਂ ਤੁਹਾਡੀ ਕਿਸੇ ਅਧਿਕਾਰੀ ਨਾਲ ਗੱਲਬਾਤ ਹੋਈ ਹੈ ਇਸ ਨੂੰ ਲੈ ਕੇ? ਇਹਦੇ ਵਾਸਤੇ ਕਈ ਵਾਰ ਅਸੀਂ ਡੀਸੀ ਸਾਹਿਬ ਨਾਲ ਵੀ, ਰਾਘਵਿੰਦਰ ਸਿੰਘ ਸੈਕਟਰੀ ਹੈ ਕਲਚਰ ਦੇ, ਉਹਨਾਂ ਨੂੰ ਵੀ ਚਿੱਠੀ ਲਿਖੀ ਹੈ, ਪਰ ਹਾਲੇ ਤੱਕ ਕੋਈ ਜਵਾਬ ਤਲਬ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਆਈ। ਸਰਕਾਰ ਨੂੰ ਅਸੀਂ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਅਸੀਂ ਉਹਨਾਂ ਨੂੰ ਵਿਚਾਰ ਕਰਨ ਲਈ ਕਹਿ ਰਹੇ ਹਾਂ ਕਿ ਵਿਚਾਰ ਕਰੋ। ਸਾਡੀ 5 ਮੈਂਬਰੀ ਕਮੇਟੀ ਤਿਆਰ ਹੈ, ਅਸੀਂ ਕਿਸੇ ਵੀ ਟੇਬਲ ਤੇ ਬਹਿਣ ਲਈ, ਹਰ ਕਮੇਟੀ ਦੇ ਵਿੱਚ ਸਾਡੇ ਨਾਲ ਚਾਹੇ ਉਹ ਓਪਨ ਖੁੱਲੀ ਡਿਬੇਟ ਕਰਾ ਲੈਣ, ਅਸੀਂ ਉੱਥੇ ਵੀ ਬੈਠਣ ਨੂੰ ਤਿਆਰ ਹਾਂ। ਪਰ ਸਰਕਾਰ ਕਿਸੇ ਟੇਬਲ ਤੇ, ਕਿਸੇ ਮੰਚ ਤੇ ਬੈਠੇ, ਉਹਦੇ ਲਈ ਅਸੀਂ ਉਡੀਕ ਕਰ ਰਹੇ ਹਾਂ। ਜੇਕਰ ਸਰਕਾਰ ਦੁਆਰਾ ਤੁਹਾਨੂੰ ਕੋਈ ਵੀ ਸੱਦਾ ਪੱਤਰ ਨਹੀਂ ਦਿੱਤਾ ਜਾਂਦਾ ਤੇ ਕਿੰਨਾ ਕੁ ਲੰਬਾ ਸੰਘਰਸ਼ ਤੁਹਾਡੇ ਵੱਲੋਂ ਜਿਹੜਾ ਕੀਤਾ ਜਾ ਸਕਦਾ? ਇਹਦੇ ਬਾਰੇ ਮੈਂ ਕੋਈ ਨਿਯੁਕਤ ਨਹੀਂ ਕਰ ਸਕਦਾ ਟਾਈਮ ਕਿ ਵੀ ਕਿੰਨਾ ਲੰਬਾ ਚੱਲੂਗਾ, ਪਰ ਜਿੰਨੀ ਦੇਰ ਤੱਕ ਇਹਦੀ ਤਬਦੀਲੀਆਂ, ਇਹਦੀ ਪੁਰਾਣੀ ਵਿਰਾਸਤ ਨਹੀਂ ਦਿਖਦੀ, ਉਨੀ ਦੇਰ ਤੱਕ ਇਹ ਸੰਘਰਸ਼ ਚੱਲਦਾ ਰਹੂਗਾ। ਪਰ ਕਿਸ ਤਰ੍ਹਾਂ, ਜਿਵੇਂ ਕਿ ਜਿਹੜੀ ਗਲੀ ਜਿਹੜੀ ਹੈਗੀ ਆ ਉਹਨੂੰ ਵਾਈਡ ਚੌੜਾ ਕਰ ਦਿੱਤਾ ਗਿਆ ਆ, ਤਾਂ ਕਿਸ ਤਰ੍ਹਾਂ ਤੁਸੀਂ ਕੀ ਚਾਹੁੰਦੇ ਹੋ ਕਿ ਉਹਨੂੰ ਮੋੜ ਉਸ ਤਰ੍ਹਾਂ ਕਰ ਵਾਈਡ ਨੈਰੋ ਕਰ ਦਿੱਤਾ? ਪੁਰਾਣਾ ਰੀਸਟੋਰੇਸ਼ਨ ਦਾ ਬਹੁਤ ਕੰਮ ਹੁੰਦੇ ਨੇ, ਬਹੁਤ ਵਧੀਆ ਆਰਕੀਟੈਕਟ ਵੀ ਨੇ, ਫਰਾਂਸ ਦੇ ਆਰਕੀਟੈਕਟ ਨੇ ਜਿਹੜੇ ਉਹਨੂੰ ਦੁਬਾਰਾ ਦਿਖਾ ਸਕਦੇ ਆ, ਸਾਡੀ ਵਿਰਾਸਤ ਨੂੰ ਦੁਬਾਰਾ ਬਚਾ ਸਕਦੇ ਨੇ। ਔਰ ਜਿੰਨੀ ਵੀ ਵਿਰਾਸਤ ਦੁਬਾਰਾ ਬਚ ਸਕਦੀ ਹੈ ਪੰਜਾਬੀਆਂ ਦੀ, ਉਹਨੂੰ ਬਚਾਉਣਾ ਸਾਡਾ ਹੱਕ ਹੈ, ਸਾਡਾ ਧਰਮ ਹੈ। ਜੇ ਪੰਜਾਬੀਆਂ ਦੀ ਵਿਰਾਸਤ, ਉਹਦਾ ਵਿਰਸਾ ਹੀ ਖਤਮ ਹੋ ਜਾਏਗਾ ਤੇ ਆਉਣ ਵਾਲੀਆਂ ਨਸਲਾਂ ਵੀ ਸਾਡੇ ਉੱਤੇ ਜਿਹੜੀਆਂ ਜਵਾਬਦੇਹੀ, ਸਾਡੇ ਉੱਤੇ ਮਜ਼ਾਕ ਬਣਾਉਣਗੀਆਂ ਕਿ ਕਿਆ ਇੱਥੇ 2 ਕੂਏ ਸੀ, ਕਿਆ ਇੱਥੇ 2 ਗਲੀਆਂ ਸੀ, ਕਿਆ ਜਨਰਲ ਡਾਇਰ ਇਸ ਤਰ੍ਹਾਂ ਹੀ ਵਿਸਾਖੀ ਦੇ ਦਿਨ ਭੰਗੜੇ ਗਿੱਧੇ ਪਾਉਂਦਾ ਆਉਂਦਾ ਪਿਆ ਸੀ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਇਤਿਹਾਸ ਨੂੰ ਖਰਾਬ ਤੇ ਜਿਹੜਾ ਬਰਤਾਨੀਆ ਸਰਕਾਰ ਦਾ ਜਿਹੜਾ ਕਾਲਾ ਇਤਿਹਾਸ ਸੀ, ਕਾਲਾ ਸਾਚੀ, ਉਹਨੂੰ ਜਿਹੜਾ ਮਿਟਾਉਣ ਦਾ ਜਿਹੜਾ ਇਹ ਬਹੁਤ ਵੱਡਾ ਜਿਹੜਾ ਕੀਤਾ ਗਿਆ। ਮੈਂ ਇਹਨੂੰ ਕੀ ਕਹਾਂ ਹੁਣ ਕਿ ਇਹ ਸਾਜ਼ਿਸ਼ ਕੀਤੀ ਗਈ ਹੈ ਜਾਂ ਇਹਦੇ ਪਿੱਛੇ ਕਿਹੜੇ ਲੋਕ ਨੇ ਜਿਨ੍ਹਾਂ ਨੇ ਕਿਸੇ ਨੂੰ ਵੀ ਬਿਨਾਂ ਪੁੱਛੇ ਬਗੈਰ ਐਡਾ ਵੱਡਾ ਇਤਿਹਾਸ ਨੂੰ ਮਲੀਆ ਮੇਟ ਕਰ ਦਿੱਤਾ। ਉਹ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਬੁਲਾ ਕੇ ਵੀ ਕਿਹੜੇ ਹਿਸਟੋਰੀਅਨ ਨੇ ਇਹਨਾਂ ਨੂੰ ਜਿਹੜਾ ਇਹ ਸਲਾਹ ਦਿੱਤੀ ਸੀ ਕਿ ਇਹਨੂੰ ਇਸ ਤਰ੍ਹਾਂ ਦੀ ਦਿੱਖ ਨਾਲ ਦਿਖਾਇਆ ਜਾਵੇ। ਤਾਂ ਜਿਵੇਂ ਅਕਸਰ ਤੁਹਾਡੇ ਘਰ ਵੀ ਗੱਲ ਹੁੰਦੀ ਹੋਗੀ ਇਸ ਨੂੰ ਲੈ ਕੇ, ਤਾਂ ਫਿਰ ਕਿੰਨਾ ਕੁ ਦੁੱਖ ਹੁੰਦਾ ਆ ਇਸ ਚੀਜ਼ ਨੂੰ ਲੈ ਕੇ? ਸਾਡੇ ਬਜ਼ੁਰਗਾਂ ਦਾ ਜਿਹੜਾ ਇਤਿਹਾਸ ਹੈ, ਦੇਖੋ ਇਹ ਸਾਡੇ ਵਾਸਤੇ ਇੱਕ ਖੂਨੀ ਵਿਸਾਖੀ ਹੈ ਔਰ 102 ਸਾਲ ਹੋ ਗਏ ਅਸੀਂ ਵਿਸਾਖੀ ਨਹੀਂ ਮਨਾ ਪਾਉਂਦੇ। ਸਾਡੇ ਘਰ ਉਹ ਖੂਨੀ ਵਿਸਾਖੀ ਦੇ ਦਿਨ ਉਸ ਤਰ੍ਹਾਂ ਹੀ ਸਾਡੇ ਜ਼ਖਮ ਫਿਰ ਹਰੇ ਹੋ ਜਾਂਦੇ ਨੇ। ਸੋ ਇਹ ਜ਼ਖਮ ਭਰਿਆ ਨਹੀਂ ਭਰਿਆ ਜਾ ਸਕਦਾ। ਇਹ ਜਿਹੜੀ ਸ਼ਹਾਦਤ ਹੈ, ਤੁਸੀਂ ਖੁਦ ਦੇਖੋ ਕਿ ਅਕਾਲ ਪੁਰਖ ਗੁਰੂ ਸਾਹਿਬ ਦਾ ਸਾਡਾ ਸਭ ਤੋਂ ਵੱਡਾ ਘਰ ਗੁਰੂ ਸਾਹਿਬ ਦਾ, ਔਰ ਮੈਂ ਸਮਝਦਾ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਇਹ ਸਾਰੇ ਸਾਡੇ ਬਜ਼ੁਰਗਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ। ਔਰ ਇਹ ਐਡੀ ਵੱਡੀ ਪਵਿੱਤਰ ਜਗ੍ਹਾ ਹੈ ਜਿੱਥੇ ਤੁਸੀਂ ਖੁਦ ਦੇਖੋ ਕਿ ਬਾਣੀ ਗੁਰੂ ਸਾਹਿਬ ਦੀ ਚੱਲ ਰਹੀ ਹੈ। ਅਸੀਂ ਇਹ ਵੀ ਮੰਗ ਕੀਤੀ ਸੀ ਕਿ ਅਸੀਂ ਸਰਵ ਧਰਮ ਮੰਦਰ ਅੰਦਰ ਬਣੇ, ਇੱਥੇ ਹਰ ਟਾਈਮ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੱਲੇ, ਗੀਤਾ ਦੀ ਬਾਣੀ ਚੱਲੇ, ਕੁਰਾਨ ਸ਼ਰੀਫ ਰੱਖੇ ਜਾਣ,
ਬਾਈਬਲ ਦੀ ਬਾਣੀ, ਇਹ ਸਾਰੇ ਸਰਵ ਧਰਮ, ਇੱਥੇ ਇਕੱਲੇ ਇੱਕ ਧਰਮ ਨੇ ਨਹੀਂ ਸੀ ਦਿੱਤੀ ਕੁਰਬਾਨੀ, ਇੱਥੇ ਸਾਰੇ ਧਰਮਾਂ ਦੀ ਕੁਰਬਾਨੀ ਆ, ਸਾਰਿਆਂ ਦਾ ਖੂਨ ਇੱਕੋ ਬਣ ਕੇ ਡੁੱਲਿਆ ਸੀ ਇੱਥੇ ਦੇਸ਼ ਦੀ ਆਜ਼ਾਦੀ ਲਈ। ਸੋ ਇਹ ਜਿਹੜਾ ਐਡਾ ਵੱਡਾ ਸਾਕਾ ਜਿਹਨੇ ਦੇਸ਼ ਨੂੰ ਜਦੋਂ ਮਹਾਤਮਾ ਗਾਂਧੀ ਖੁਦ 1915 ਚ ਸਾਊਥ ਅਫਰੀਕਾ ਤੋਂ ਆਏ ਤੇ ਜਦੋਂ ਐਡਾ ਵੱਡਾ ਸਾਕਾ ਹੋਇਆ ਤੇ ਉਸ ਤੋਂ ਬਾਅਦ ਹੀ ਇਹ ਇੱਕ ਆਜ਼ਾਦੀ ਦਾ ਸਭ ਤੋਂ ਵੱਡਾ ਮੀਲ ਫਾਊਂਡੇਸ਼ਨ ਬਣ ਗਿਆ ਸੀ। ਜਿਹੜਾ ਜਲਿਆਂਵਾਲਾ ਬਾਗ ਦਾ ਸਾਕਾ ਸੀ ਉਹ ਸਾਡੀ ਆਜ਼ਾਦੀ ਦਾ ਇੱਕ ਐਡਾ ਵੱਡਾ ਪਲੇਟਫਾਰਮ ਹੈ ਜਿਹਨੂੰ ਸਰਕਾਰ ਕਦੀ ਵੀ ਨਹੀਂ ਨਜ਼ਰਅੰਦਾਜ਼ ਕਰ ਸਕਦੀ। ਸੋ ਸਰਕਾਰ ਤੋਂ, ਕੇਂਦਰ ਸਰਕਾਰ, ਪੰਜਾਬ ਸਰਕਾਰ, ਦੋਵਾਂ ਤੋਂ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਇੱਥੇ ਵਿਚਾਰ ਕਰਨ ਔਰ ਇਹਨਾਂ ਸ਼ਹੀਦ ਪਰਿਵਾਰਾਂ ਨੂੰ ਬਣਦੇ ਇਹਨਾਂ ਦੇ ਤਾਮਰ ਪੱਤਰ, ਸਨਮਾਨ ਪੱਤਰ, ਬਣਦੀਆਂ ਫੈਸਿਲਿਟੀਆਂ ਦੇਣ। ਪੰਜਾਬ ਸਰਕਾਰ ਤੋਂ ਵੀ ਉਮੀਦ ਕਰਦੇ ਹਾਂ ਕਿ ਇਹਨਾਂ ਨੂੰ ਪੰਜਾਬ ਰਤਨ ਨਾਲ ਸਨਮਾਨਿਤ ਕਰੋ। ਸ਼ਹੀਦ ਆਜ਼ਮ ਭਗਤ ਸਿੰਘ ਨੂੰ, ਸ਼ਹੀਦ ਆਜ਼ਮ ਊਧਮ ਸਿੰਘ ਨੂੰ, ਇਹ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਤੁਸੀਂ ਇੱਕ ਪੰਜਾਬ ਰਤਨ ਚਲਾਓ, ਜਿਹਦੇ ਵਿੱਚ ਪੰਜਾਬ ਰਤਨ ਸਨਮਾਨ ਅਵਾਰਡ ਦਿੱਤਾ ਜਾਵੇ ਇਹਨਾਂ ਸ਼ਹੀਦਾਂ ਨੂੰ। ਉਹੋ ਹੀ ਸਭ ਤੋਂ ਵੱਡੀ ਇਹਨਾਂ ਨੂੰ ਸ਼ਰਧਾਂਜਲੀ ਹੋਵੇਗੀ। ਸੋ ਇਹ ਸਨ ਸਾਡੇ ਨਾਲ ਸ਼ਹੀਦ ਪਰਿਵਾਰ ਦੇ ਮੈਂਬਰ ਜਿਨ੍ਹਾਂ ਨੇ ਮੁੜ ਮੰਗ ਕੀਤੀ ਹੈ ਕਿ ਜੋ ਇਤਿਹਾਸਿਕ ਦਿਖ ਸੀ, ਜੋ ਪਹਿਲਾ ਦਿਖ ਸੀ, ਉਹੀ ਕੇਂਦਰ ਸਰਕਾਰ ਨੂੰ ਜਿਹੜਾ ਮੁੜ ਉਹੀ, ਚਾਹੇ ਫਰਾਂਸ ਦੇ ਜਿਹੜੇ ਆਰਕੀਟੈਕਟ ਹੈਗੇ ਨੇ ਜਾਂ ਕਿਸੇ ਨੂੰ ਵੀ ਅਪਰੋਚ ਕਰਕੇ ਮੁੜ ਉਹ ਦਿੱਖ ਜਿਹੜੀ ਆ ਦੁਬਾਰਾ ਤੋਂ ਬਣਾਈ ਜਾਵੇ। ਸੋ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਸਾਡੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਵਾਂਗੇ। ਕੈਮਰਾਮੈਨ JP ਸਨੋਤਰਾ ਦੇ ਨਾਲ ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ ਦੀ ਵਿਸ਼ੇਸ਼ ਰਿਪੋਰਟ।